अध्याय 12। उस वेले सबत ਦੇ ਇੱਕ ਦਿਨ ਯीशु ਅਨਾਜ ਦੇ ਖੇਤਾਂ ਵਿੱਚ ਦੀ ਲੰਘ ਰਿਹਾ ਸੀ। ਉਸਦੇ ਚੇਲੇ ਭੁੱਖੇ ਸਨ ਅਤੇ ਉਹ ਦਾਣਿਆਂ ਦੇ ਸਿੱਟੇ ਤੋੜ ਕੇ ਖਾਣ ਲੱਗੇ। ਪਰ ਜਦੋਂ ਫਰੀਸੀਆਂ ਨੇ ਇਹ ਦੇਖਿਆ, ਉਹਨਾਂ ਨੇ ਉਸ ਨੂੰ ਕਿਹਾ, ਦੇਖੋ, ਤੁਹਾਡੇ ਚੇਲੇ ਉਹ ਕੰਮ ਕਰਦੇ ਹਨ ਜੋ ਸਬਤ ਦੇ ਦਿਨ ਕਰਨਾ ਰਵਾ ਨਹੀਂ ਹੈ। ਉਸਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸ ਦੇ ਨਾਲ ਦੇ ਭੁੱਖੇ ਸਨ। ਕਿਸ ਤਰ੍ਹਾਂ ਉਹ ਖੁਦਾ ਦੇ ਘਰ ਵਿੱਚ ਦਾਖਲ ਹੋਇਆ ਅਤੇ ਹਜ਼ੂਰੀ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਸਿਰਫ ਪੁਰੋਹਿਤਾਂ ਲਈ ਰਵਾ ਸੀ, ਪਰ ਉਸ ਦੇ ਲਈ ਅਤੇ ਜੋ ਉਸ ਦੇ ਨਾਲ ਸਨ ਉਹਨਾਂ ਲਈ ਖਾਣਾ ਰਵਾ ਨਹੀਂ ਸੀ। ਜਾਂ ਕੀ ਤੁਸੀਂ ਧਰਮ ਵਿਧਾਨ ਵਿੱਚ ਇਹ ਨਹੀਂ ਪੜ੍ਹਿਆ ਕਿ ਕਿਸ ਤਰ੍ਹਾਂ ਪੁਰੋਹਿਤ ਹੈਕਲ ਵਿੱਚ ਸਬਤ ਨੂੰ ਪਵਿੱਤਰ ਨਹੀਂ ਰੱਖਦੇ ਅਤੇ ਫਿਰ ਵੀ ਦੋਸ਼ੀ ਨਹੀਂ ਹੁੰਦੇ। ਮੈਂ ਤੁਹਾਨੂੰ ਕਹਿੰਦਾ ਹਾਂ, ਇੱਥੇ ਉਹ ਹੈ ਜੋ ਹੈਕਲ ਤੋਂ ਵੀ ਮਹਾਨ ਹੈ। ਜੇਕਰ ਤੁਸੀਂ ਇਸ ਦਾ ਅਰਥ ਸਮਝ ਲਿਆ ਹੁੰਦਾ, ਮੈਂ ਦਇਆ ਚਾਹੁੰਦਾ ਹਾਂ, ਕੁਰਬਾਨੀ ਨਹੀਂ, ਤਾਂ ਤੁਸੀਂ ਬੇਦੋਸ਼ਾਂ ਨੂੰ ਦੋਸ਼ੀ ਨਾ ਠਹਿਰਾਇਆ ਹੁੰਦਾ, ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦਾ ਪ੍ਰਭੂ ਹੈ। ਉਹ ਉੱਥੋਂ ਚਲਾ ਗਿਆ ਅਤੇ ਉਹਨਾਂ ਦੇ ਸਿਨਗੋਗ ਵਿੱਚ ਦਾਖਲ ਹੋਇਆ ਅਤੇ ਦੇਖੋ, ਉੱਥੇ ਇੱਕ ਆਦਮੀ ਸੀ ਜਿਸ ਦਾ ਇੱਕ ਹੱਥ ਸੁੱਕਾ ਹੋਇਆ ਸੀ। ਉਹਨਾਂ ਨੇ ਇਸ ਨੀਤ ਨਾਲ ਕਿ ਉਹ ਉਸ ਉੱਤੇ ਕੋਈ ਦੋਸ਼ ਲਾ ਸਕਣ, ਉਸ ਤੋਂ ਪੁੱਛਿਆ ਕਿ ਸਬਤ ਦੇ ਦਿਨ ਚੰਗਾ ਕਰਨਾ ਰਵਾ ਹੈ। ਉਸਨੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚ ਕੌਣ ਅਜਿਹਾ ਆਦਮੀ ਹੈ ਜੇਕਰ ਉਸਦੀ ਭੇਡ ਸਬਤ ਵਾਲੇ ਦਿਨ ਟੋਏ ਵਿੱਚ ਡਿੱਗ ਪੈਂਦੀ ਹੈ ਤਾਂ ਉਸ ਨੂੰ ਫੜ ਕੇ ਬਾਹਰ ਨਹੀਂ ਕੱਢੇਗਾ। ਮਨੁੱਖ ਤਾਂ ਭੇਡ ਨਾਲੋਂ ਕਿਤੇ ਵੱਧ ਮੁੱਲ ਦਾ ਹੈ। ਇਸ ਲਈ ਸਬਤ ਦੇ ਦਿਨ ਭਲਾਈ ਕਰਨਾ ਰਵਾ ਹੈ। ਫਿਰ ਉਸਨੇ ਉਸ ਆਦਮੀ ਨੂੰ ਕਿਹਾ, ਆਪਣਾ ਹੱਥ ਅੱਗੇ ਵਧਾ। ਉਸ ਆਦਮੀ ਨੇ ਆਪਣਾ ਹੱਥ ਅੱਗੇ ਵਧਾਇਆ ਅਤੇ ਉਹ ਚੰਗਾ ਹੋ ਗਿਆ ਸੀ, ਬਿਲਕੁਲ ਦੂਜੇ ਦੇ ਵਾਂਗ। ਪਰ ਫਰੀਸੀ ਬਾਹਰ ਨਿਕਲੇ ਅਤੇ ਉਸ ਦੇ ਵਿਰੁੱਧ ਸਲਾਹ ਮਸ਼ਵਰਾ ਕੀਤਾ ਕਿ ਕਿਸ ਤਰ੍ਹਾਂ ਉਸ ਨੂੰ ਮਾਰ ਦਿੱਤਾ ਜਾਵੇ। ਇਹ ਜਾਣਦੇ ਹੋਏ ਯੀਸ਼ੂ ਉੱਥੋਂ ਚਲਾ ਗਿਆ। ਬਹੁਤ ਸਾਰੇ ਲੋਕ ਉਸ ਦੇ ਪਿੱਛੇ ਚੱਲ ਪਏ ਅਤੇ ਉਸਨੇ ਉਹਨਾਂ ਸਾਰਿਆਂ ਨੂੰ ਚੰਗਾ ਕੀਤਾ ਅਤੇ ਉਹਨਾਂ ਨੂੰ ਇਹ ਤਾਕੀਦ ਕੀਤੀ ਕਿ ਉਹ ਉਸ ਦੀ ਚਰਚਾ ਨਾ ਕਰਨ। ਇਹ ਉਹ ਪੂਰਾ ਕਰਨ ਲਈ ਹੋਇਆ ਜੋ ਯਸ਼ਾਇਆ ਨਬੀ ਰਾਹੀਂ ਕਿਹਾ ਗਿਆ ਸੀ, ਦੇਖੋ ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰੀ ਜਾਨ ਬਹੁਤ ਖੁਸ਼ ਹੈ। ਮੈਂ ਆਪਣਾ ਰੂਹ ਉਸ ਉੱਤੇ ਘੱਲਾਂਗਾ ਅਤੇ ਉਹ ਕੌਮਾਂ ਵਿੱਚ ਨਿਆਂ ਧਰਮ ਦਾ ਐਲਾਨ ਕਰੇਗਾ। ਉਹ ਨਾ ਬਹਿਸ ਵਿੱਚ ਪਵੇਗਾ ਅਤੇ ਨਾ ਹੀ ਚੀਕ ਕੇ ਬੋਲੇਗਾ, ਨਾ ਹੀ ਕੋਈ ਉਸ ਦੀ ਆਵਾਜ਼ ਗਲੀਆਂ ਵਿੱਚ ਸੁਣੇਗਾ। ਉਹ ਮਿੱਧੇ ਹੋਏ ਸਰਕੰਡੇ ਨੂੰ ਨਹੀਂ ਪੰਨੇਗਾ ਅਤੇ ਨਾ ਹੀ ਧੁਖਦੀ ਹੋਈ ਬੱਤੀ ਨੂੰ ਬੁਝਾਏਗਾ, ਜਦ ਤੱਕ ਉਹ ਇਨਸਾਫ ਦੀ ਜਿੱਤ ਨਾ ਕਰਾ ਲਵੇ ਅਤੇ ਉਸ ਦੇ ਨਾਂ ਵਿੱਚ ਕੌਮਾਂ ਉਮੀਦ ਰੱਖਣਗੀਆਂ। ਤਦ ਇੱਕ ਭੂਤ ਚਮੜੇ ਅੰਨੇ ਅਤੇ ਗੂੰਗੇ ਨੂੰ ਉਸ ਦੇ ਕੋਲ ਲਿਆਂਦਾ ਗਿਆ ਅਤੇ ਉਸਨੇ ਉਸ ਨੂੰ ਚੰਗਾ ਕੀਤਾ ਤਾਂ ਉਹ ਆਦਮੀ ਬੋਲਣ ਅਤੇ ਦੇਖਣ ਲੱਗਾ। ਸਭ ਲੋਕ ਹੈਰਾਨ ਹੋ ਗਏ ਅਤੇ ਕਹਿਣ ਲੱਗੇ ਕਿ ਇਹ ਦਾਊਦ ਦਾ ਪੁੱਤਰ ਹੋ ਸਕਦਾ ਹੈ। ਪਰ ਜਦੋਂ ਫਰੀਸੀਆਂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, ਇਹ ਆਦਮੀ ਜ਼ਰੂਰ ਭੂਤਾਂ ਦੇ ਸਰਦਾਰ ਬੇਲਜ਼ਬੂਲ ਦੇ ਜ਼ਰੀਏ ਹੀ ਭੂਤਾਂ ਨੂੰ ਕੱਢਦਾ ਹੈ। ਉਹਨਾਂ ਦੇ ਵਿਚਾਰਾਂ ਨੂੰ ਜਾਣਦੇ ਹੋਏ ਉਸਨੇ ਉਹਨਾਂ ਨੂੰ ਕਿਹਾ, ਜਿਸ ਰਾਜ ਵਿੱਚ ਫੁੱਟ ਪੈ ਜਾਂਦੀ ਹੈ ਉਹ ਬਰਬਾਦ ਹੋ ਜਾਂਦਾ ਹੈ ਅਤੇ ਕੋਈ ਵੀ ਸ਼ਹਿਰ ਜਾਂ ਘਰ ਜਿਸ ਵਿੱਚ ਫੁੱਟ ਪੈ ਜਾਂਦੀ ਹੈ ਕਾਇਮ ਨਹੀਂ ਰਹੇਗਾ। ਅਤੇ ਜੇਕਰ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਹ ਆਪਣੇ ਵਿਰੁੱਧ ਹੀ ਵੰਡਿਆ ਗਿਆ ਹੈ, ਫਿਰ ਉਸ ਦਾ ਰਾਜ ਕਿਸ ਤਰ੍ਹਾਂ ਕਾਇਮ ਰਹੇਗਾ। ਅਤੇ ਜੇਕਰ ਮੈਂ ਬੇਲਜ਼ਬੂਲ ਦੇ ਰਾਹੀਂ ਭੂਤਾਂ ਨੂੰ ਕੱਢਦਾ ਹਾਂ ਤਾਂ ਫਿਰ ਤੁਹਾਡੇ ਪੁੱਤਰ ਕਿਸ ਦੇ ਰਾਹੀਂ ਉਹਨਾਂ ਨੂੰ ਕੱਢਦੇ ਹਨ, ਇਸ ਲਈ ਉਹੀ ਤੁਹਾਡਾ ਨਿਆਂ ਕਰਨਗੇ। ਪਰ ਜੇਕਰ ਮੈਂ ਖੁਦਾ ਦੇ ਰੂਹ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਫਿਰ ਖੁਦਾ ਦਾ ਰਾਜ ਤੁਹਾਡੇ ਕੋਲ ਆ ਪੁੱਜਾ ਹੈ। ਜਾਂ ਕਿਸ ਤਰ੍ਹਾਂ ਕੋਈ ਵਿਅਕਤੀ ਕਿਸੇ ਤਾਕਤਵਰ ਆਦਮੀ ਦੇ ਘਰ ਵਿੱਚ ਵੜ ਕੇ ਉਸ ਦਾ ਸਾਮਾਨ ਲੁੱਟ ਸਕਦਾ ਹੈ, ਜਦੋਂ ਤੱਕ ਉਹ ਪਹਿਲਾਂ ਉਸ ਤਾਕਤਵਰ ਆਦਮੀ ਨੂੰ ਬੰਨ੍ਹ ਨਾ ਲਵੇ।
ਫਿਰ ਉਹ ਜ਼ਰੂਰ ਉਸ ਦਾ ਘਰ ਲੁੱਟ ਸਕਦਾ ਹੈ। ਜੋ ਮੇਰੇ ਨਾਲ ਨਹੀਂ ਹੈ ਉਹ ਮੇਰੇ ਵਿਰੁੱਧ ਹੈ, ਅਤੇ ਜੋ ਮੇਰੇ ਨਾਲ ਇਕੱਠਾ ਨਹੀਂ ਕਰਦਾ ਹੈ ਉਹ ਖਿਲਾਰਦਾ ਹੈ। ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਮਨੁੱਖਾਂ ਦਾ ਹਰ ਪਾਪ ਅਤੇ ਕੁਫਰ ਮਾफ़ ਕੀਤਾ ਜਾਵੇਗਾ, ਪਰ ਰੂਹ ਦੇ ਵਿਰੁੱਧ ਕੁਫਰ ਮਾफ़ ਨਹੀਂ ਕੀਤਾ ਜਾਵੇਗਾ। ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੋਈ ਸ਼ਬਦ ਬੋਲਦਾ ਹੈ ਉਹਨੂੰ ਮਾफ़ ਕਰ ਦਿੱਤਾ ਜਾਵੇਗਾ, ਪਰ ਜੋ ਕੋਈ ਰੂਪਾਕ ਦੇ ਵਿਰੁੱਧ ਬੋਲਦਾ ਹੈ ਉਹਨੂੰ ਮਾफ़ ਨਹੀਂ ਕੀਤਾ ਜਾਵੇਗਾ, ਨਾ ਇਸ ਯੁੱਗ ਵਿੱਚ ਨਾ ਹੀ ਆਉਣ ਵਾਲੇ ਯੁੱਗ ਵਿੱਚ। ਜਾਂ ਤਾਂ ਰੁੱਖ ਨੂੰ ਚੰਗਾ ਆਖੋ ਅਤੇ ਉਸ ਦੇ ਫਲ ਨੂੰ ਵੀ, ਜਾਂ ਰੁੱਖ ਨੂੰ ਬੁਰਾ ਆਖੋ ਅਤੇ ਉਸ ਦੇ ਫਲ ਨੂੰ ਵੀ, ਕਿਉਂਕਿ ਹਰ ਰੁੱਖ ਉਸ ਦੇ ਫਲ ਤੋਂ ਪਛਾਣਿਆ ਜਾਂਦਾ ਹੈ। ਸੱਪਾਂ ਦੇ ਬੱਚਿਓ, ਤੁਸੀਂ ਚੰਗੀਆਂ ਗੱਲਾਂ ਕਿਸ ਤਰ੍ਹਾਂ ਕਹਿ ਸਕਦੇ ਹੋ ਜਦੋਂ ਕਿ ਤੁਸੀਂ ਹੀ ਬੁਰੇ ਹੋ? ਕਿਉਂਕਿ ਜੋ ਦਿਲ ਵਿੱਚ ਭਰਿਆ ਹੋਇਆ ਹੈ ਮੂੰਹ ਉਹ ਹੀ ਬੋਲਦਾ ਹੈ। ਚੰਗਾ ਆਦਮੀ ਆਪਣੇ ਚੰਗੇ ਖਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ, ਅਤੇ ਬੁਰਾ ਆਦਮੀ ਆਪਣੇ ਬੁਰੇ ਖਜ਼ਾਨੇ ਵਿੱਚੋਂ ਬੁਰੀਆਂ ਚੀਜ਼ਾਂ ਕੱਢਦਾ ਹੈ। ਮੈਂ ਤੁਹਾਨੂੰ ਕਹਿੰਦਾ ਹਾਂ, ਨਿਆਂ ਦੇ ਦਿਨ ਮਨੁੱਖਾਂ ਨੂੰ ਆਪਣੇ ਹਰ ਲਾਪਰਵਾਹ ਬੋਲੇ ਸ਼ਬਦ ਦਾ ਹਿਸਾਬ ਦੇਣਾ ਪਵੇਗਾ ਜੋ ਉਹ ਬੋਲਦੇ ਹਨ, ਕਿਉਂਕਿ ਤੁਸੀਂ ਆਪਣੇ ਸ਼ਬਦ ਨਾਲ ਹੀ ਧਰਮੀ ਠਹਿਰਾਏ ਜਾਓਗੇ ਅਤੇ ਆਪਣੇ ਸ਼ਬਦ ਨਾਲ ਹੀ ਦੋਸ਼ੀ ਠਹਿਰਾਏ ਜਾਓਗੇ। ਤਦ ਕੁਝ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਨੇ ਉਸ ਨੂੰ ਕਿਹਾ, ਗੁਰੂ ਜੀ, ਅਸੀਂ ਤੁਹਾਥੋਂ ਕੋਈ ਨਿਸ਼ਾਨ ਦੇਖਣਾ ਚਾਹੁੰਦੇ ਹਾਂ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਇਹ ਬੁਰੀ ਅਤੇ ਦੁਸ਼ਟ ਪੀੜ੍ਹੀ ਨਿਸ਼ਾਨ ਮੰਗਦੀ ਹੈ, ਪਰ ਨਬੀ ਯੋਨਾ ਦੇ ਨਿਸ਼ਾਨ ਦੇ ਸਿਵਾਏ ਹੋਰ ਕੋਈ ਨਿਸ਼ਾਨ ਇਸ ਨੂੰ ਨਹੀਂ ਦਿੱਤਾ ਜਾਵੇਗਾ। ਕਿਉਂਕਿ ਜਿਸ ਤਰ੍ਹਾਂ ਯੋਨਾ 3 ਦਿਨ ਅਤੇ 3 ਰਾਤ ਵੇਲ ਮੱਛੀ ਦੇ ਢਿੱਡ ਵਿੱਚ ਰਿਹਾ ਸੀ, ਠੀਕ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ 3 ਦਿਨ ਅਤੇ 3 ਰਾਤ ਧਰਤੀ ਦੀ ਕੁੱਖ ਵਿੱਚ ਰਹੇਗਾ। ਨਿਆਂ ਦੇ ਦਿਨ ਨਿਨਵੇ ਦੇ ਲੋਕ ਇਸ ਪੀੜ੍ਹੀ ਨਾਲ ਜੀ ਉੱਠਣਗੇ ਅਤੇ ਇਸ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਹਨਾਂ ਨੇ ਯੋਨਾ ਦਾ ਉਪਦੇਸ਼ ਸੁਣ ਕੇ ਪਛਤਾਵਾ ਕੀਤਾ। ਅਤੇ ਦੇਖੋ, ਇੱਥੇ ਕੋਈ ਹੈ ਜੋ ਯੋਨਾ ਤੋਂ ਵੀ ਮਹਾਨ ਹੈ। ਨਿਆਂ ਦੇ ਦਿਨ ਦੱਖਣ ਦੀ ਰਾਣੀ ਇਸ ਪੀੜ੍ਹੀ ਨਾਲ ਜੀ ਉੱਠੇਗੀ ਅਤੇ ਇਸ ਨੂੰ ਦੋਸ਼ੀ ਠਹਿਰਾਏਗੀ, ਕਿਉਂਕਿ ਉਹ ਸੁਲੇਮਾਨ ਦਾ ਗਿਆਨ ਸੁਣਨ ਲਈ ਧਰਤੀ ਦੀਆਂ ਹੱਦਾਂ ਤੋਂ ਆਈ ਸੀ। ਪਰ ਦੇਖੋ, ਇੱਥੇ ਉਹ ਹੈ ਜੋ ਸੁਲੇਮਾਨ ਤੋਂ ਵੀ ਮਹਾਨ ਹੈ। ਜਦੋਂ ਅਸ਼ੁੱਧ ਆਤਮਾ ਕਿਸੇ ਮਨੁੱਖ ਵਿੱਚੋਂ ਨਿਕਲ ਜਾਂਦੀ ਹੈ ਤਾਂ ਉਹ ਆਰਾਮ ਦੀ ਭਾਲ ਵਿੱਚ ਸੁੱਕੇ ਬਿਆਬਾਨਾਂ ਵਿੱਚ ਭਟਕਦੀ ਫਿਰਦੀ ਹੈ, ਪਰ ਉਸ ਨੂੰ ਕਿਤੇ ਆਰਾਮ ਨਹੀਂ ਮਿਲਦਾ। ਤਦ ਉਹ ਕਹਿੰਦੀ ਹੈ, ਮੈਂ ਮੁੜ ਆਪਣੇ ਘਰ ਜਾਵਾਂਗੀ ਜਿੱਥੋਂ ਮੈਂ ਆਈ ਹਾਂ। ਅਤੇ ਜਦੋਂ ਉਹ ਆਉਂਦੀ ਹੈ ਤਾਂ ਉਸ ਨੂੰ ਖਾਲੀ, ਚਾੜਿਆ ਬਹਾੜਿਆ ਅਤੇ ਸੱਜਿਆ ਸਜਾਇਆ ਪਾਉਂਦੀ ਹੈ। ਫਿਰ ਉਹ ਜਾਂਦੀ ਹੈ ਅਤੇ ਆਪਣੇ ਨਾਲੋਂ ਵੀ ਜ਼ਿਆਦਾ ਭੈੜੀਆਂ 7 ਹੋਰ ਆਤਮਾਵਾਂ ਨੂੰ ਲੈ ਆਉਂਦੀ ਹੈ ਅਤੇ ਉਹ ਉਸ ਵਿੱਚ ਦਾਖਲ ਹੋ ਕੇ ਨਿਵਾਸ ਕਰਦੀਆਂ ਹਨ। ਇਸ ਤਰ੍ਹਾਂ ਉਸ ਆਦਮੀ ਦੀ ਮਗਰਲੀ ਹਾਲਤ ਪਹਿਲੇ ਨਾਲੋਂ ਕਿਤੇ ਭੈੜੀ ਬਣ ਜਾਂਦੀ ਹੈ। ਇਸ ਦੁਸ਼ਟ ਪੀੜ੍ਹੀ ਨਾਲ ਵੀ ਇਸੇ ਤਰ੍ਹਾਂ ਹੋਵੇਗਾ। ਜਦੋਂ ਅਜੇ ਉਹ ਲੋਕਾਂ ਨਾਲ ਗੱਲਾਂ ਕਰ ਹੀ ਰਿਹਾ ਸੀ ਤਾਂ ਦੇਖੋ, ਕਿਸੇ ਨੇ ਉਸ ਨੂੰ ਆ ਕੇ ਕਿਹਾ, ਤੁਹਾਡੀ ਮਾਂ ਅਤੇ ਤੁਹਾਡੇ ਭਰਾ ਬਾਹਰ ਖੜ੍ਹੇ ਹਨ ਅਤੇ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ। ਜਿਸ ਨੇ ਉਸ ਨੂੰ ਇਹ ਕਿਹਾ ਸੀ, ਉਸ ਨੂੰ ਯਿਸੂ ਨੇ ਉੱਤਰ ਦਿੱਤਾ, ਕੌਣ ਹੈ ਮੇਰੀ ਮਾਂ ਅਤੇ ਕੌਣ ਹਨ ਮੇਰੇ ਭਰਾ? ਉਸਨੇ ਆਪਣੇ ਚੇਲਿਆਂ ਵੱਲ ਆਪਣਾ ਹੱਥ ਵਧਾਉਂਦੇ ਹੋਏ ਕਿਹਾ, ਇਹ ਹਨ ਮੇਰੀ ਮਾਂ ਅਤੇ ਮੇਰੇ ਭਰਾ, ਕਿਉਂਕਿ ਜੋ ਕੋਈ ਮੇਰੀ ਅਸਮਾਨੀ ਬਾਪ ਦੀ ਇੱਛਾ ਪੂਰੀ ਕਰਦਾ ਹੈ ਉਹ ਹੈ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਂ।